Tell him what is D for democracy. Democracy means there is before election, in the election there is before vote. Whosoever gets the maximum vote gets. A for admin, B for ballot box, C for constitution, D for democracy. ਜਿਸ ਦਿਨ ਤੋਂ ਮੈਂ ਉਪਰਾਲਾ ਸ਼ੁਰੂ ਕੀਤਾ ਉਸ ਦਿਨ ਤੋਂ ਬਾਅਦ ਜਿੰਨੀਆਂ ਵੀ ਔਕੜਾਂ ਆਈਆਂ ਉਹਨੇ ਮੈਨੂੰ ਕੋਈ ਨਾ ਕੋਈ ਸਮਾਧਾਨ ਵੀ ਨਾਲ ਕੱਢ ਕੇ ਦਿੱਤਾ। ਉਹਨਾਂ ਨੂੰ ਇਹ ਵੀ ਨਹੀਂ ਸਮਝ ਆਉਂਦੀ ਕਿ ਪੜ੍ਹਾਈ ਉਹਨਾਂ ਨੂੰ ਕਿੱਦਾਂ ਮਦਦ ਕਰੇਗੀ, ਕਿਉਂਕਿ ਆਪ ਵੀ ਨਹੀਂ ਪੜ੍ਹੇ ਲਿਖੇ। ਕਿ ਅਸੀਂ ਇਹ ਬੱਚਿਆਂ ਨੂੰ ਲਗਾਤਾਰ ਪੜ੍ਹਾਉਂਦੇ ਰਹੇ ਤੇ ਹੁਣ ਇਹ ਬੱਚੇ ਜਿਹੜੇ ਨੇ ਕੋਈ 5ਵੀਂ ਪਾਸ ਕਰ ਗਿਆ, ਕੋਈ 3ਰੀ ਪਾਸ ਕਰ ਗਿਆ, ਸਾਰੇ ਇੰਗਲਿਸ਼ ਮੀਡੀਅਮ 'ਚ ਪੜ੍ਹਾਈ ਕਰਦੇ ਪਏ ਨੇ। ਹੌਲੀ ਹੌਲੀ ਮੈਨੂੰ ਸਮਝਾਉਣਾ ਰਹਿਣਾ, ਬਾਰ-ਬਾਰ ਮੈਨੂੰ ਉਪਰਾਲਾ ਕਰਨਾ ਪੈਂਦਾ ਉਹਨਾਂ ਨੂੰ ਸਮਝਾਉਣ ਦਾ ਕਿ ਸਿੱਖਿਆ ਜਿਹੜੀ ਹੈ ਬਹੁਤ ਜ਼ਰੂਰੀ ਹੈ, ਲਾਜ਼ਮੀ ਹੈ। ਅਕਸਰ ਹੀ ਅਸੀਂ ਵਿਦਿਆਰਥੀਆਂ ਨੂੰ ਵੱਡੀ ਇਮਾਰਤਾਂ ਵਿੱਚ ਪੜ੍ਹਦੇ ਹੋਏ ਵੇਖਿਆ ਹੋਵੇਗਾ ਜਾਂ ਏਸੀ ਵਾਲੇ ਕਮਰਿਆਂ ਥੱਲੇ ਵੇਖਿਆ ਹੋਵੇਗਾ, ਪਰ ਅੱਜ ਤੁਹਾਨੂੰ ਅਸੀਂ ਐਸਾ ਦ੍ਰਿਸ਼ ਵਿਖਾਉਣ ਜਾ ਰਹੇ ਜਿੱਥੇ ਜ਼ਰੂਰਤਮੰਦ ਬੱਚੇ ਨੇ ਜੋ ਕਿ ਖੁੱਲੇ ਆਸਮਾਨ ਵਿੱਚ ਥੱਲੇ ਵਿੱਚ ਪੜ੍ਹ ਰਹੇ ਨੇ। ਦੂਜੇ ਪਾਸੇ ਤੁਹਾਨੂੰ ਤਸਵੀਰਾਂ ਵਿਖਾ ਦਈਏ, ਗੋਹੇ ਦੇ ਢੇਰ ਨੇ, ਗੰਦ ਪਿਆ ਹੋਇਆ ਵਾ ਤੇ ਗਾਵਾਂ ਮੱਝਾਂ ਵੀ ਇੱਥੇ ਹੀ ਨੇ, ਪਰ ਲਗਨ ਹੈ ਜੋ ਵਿਦਿਆਰਥੀਆਂ ਦੀ ਉਹ ਇਸ ਤਰ੍ਹਾਂ ਇੰਨੀ ਵਧੀਆ ਬਣੀ ਹੈ ਕਿ ਉਹ ਜਿਹੜੇ ਖੁੱਲੇ ਆਸਮਾਨ ਵਿੱਚ ਤੇ ਗੰਦ ਦੇ ਢੇਰ ਵਿੱਚ ਵੀ ਪੜ੍ਹਨ ਨੂੰ ਜਿਹੜੇ ਮਜਬੂਰ ਵੀ ਨੇ। ਤੇ ਤੁਹਾਨੂੰ ਅਸੀਂ ਐਸੇ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ ਕਿ ਜੋ ਕਿ A ਫॉर ਐਪਲ, B ਫॉर ਬੋਲ ਨਹੀਂ ਪੜ੍ਹਾਉਂਦੇ ਬੱਚਿਆਂ ਨੂੰ, A ਫॉर ਐਡਮਿਨਿਸਟ੍ਰੇਸ਼ਨ ਤੇ B ਫॉर ਬੈਲਟ ਪੇਪਰ ਤੇ C ਫॉर ਕਨਸਟੀਟਿਊਸ਼ਨ ਪੜ੍ਹਾਉਂਦੇ ਨੇ। ਅਸੀਂ ਗੱਲ ਕਰ ਰਹੇ ਹਰੀਓਮ ਜੀ ਜੋ ਪੇਸ਼ੇ ਤੋਂ ਵਕੀਲ ਵੀ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਸਰ, ਕਦ ਤੋਂ ਸਰ ਤੁਸੀਂ ਬੱਚਿਆਂ ਨੂੰ ਪੜ੍ਹਾ ਰਹੇ ਹੋ? 2013 ਤੋਂ ਮੈਂ ਬੱਚਿਆਂ ਨੂੰ ਪੜ੍ਹਾ ਰਿਹਾ ਜੀ, ਤੇ ਲਗਾਤਾਰ ਅਸੀਂ 2013 ਤੋਂ ਉਪਰਾਲਾ ਸ਼ੁਰੂ ਕਰਕੇ ਜਦੋਂ ਅਸੀਂ ਪੜ੍ਹਾਉਣਾ ਸ਼ੁਰੂ ਕੀਤਾ 2 ਬੱਚੇ ਸੀਗੇ। ਹੌਲੀ ਹੌਲੀ ਸਾਡੇ ਕੋਲ ਬੱਚਿਆਂ ਦੀ ਗਿਣਤੀ 15 ਹੋਈ, ਫਿਰ 35 ਹੋਈ ਤੇ ਹੁਣ ਤੱਕ ਅਸੀਂ 500 ਬੱਚਾ ਇਹੋ ਜਿਹੇ ਪ੍ਰੋਜੈਕਟਾਂ ਦੇ ਵਿੱਚ ਅਸੀਂ ਅਲੱਗ-ਅਲੱਗ ਜਗ੍ਹਾ ਤੇ ਪੜ੍ਹਾ ਚੁੱਕੇ ਹਾਂ। ਸਰ, ਅਸੀਂ ਵੇਖਿਆ ਕਿ ਤੁਹਾਡੇ ਪੜ੍ਹਾਉਣ ਦਾ ਢੰਗ ਵੱਖਰਾ ਹੈ ਕਿ ਅਕਸਰ ਅਸੀਂ ਜਦੋਂ ਮੈਂ ਪੜ੍ਹਦਾ ਸੀਗਾ ਮੈਂ A ਫॉर ਐਪਲ ਪੜ੍ਹਿਆ, B ਫॉर ਬੋਲ ਪੜ੍ਹਿਆ, ਪਰ ਹੁਣ ਤੁਸੀਂ ਜੋ ਬੱਚੇ ਨੂੰ ਪੜ੍ਹਾ ਰਹੇ ਹੋ A ਫॉर ਐਡਮਿਨਿਸਟ੍ਰੇਸ਼ਨ, B ਫॉर ਬੈਲਟ ਪੇਪਰ, C ਫॉर ਕਨਸਟੀਟਿਊਸ਼ਨ, ਸਰ ਇਸ ਦੇ ਪਿੱਛੇ ਕੀ ਵਜ੍ਹਾ? ਦੇਖੋ, ਜਿਹੜੀ ਸਾਡੀ ਦੇਸ਼ ਦੀ ਵਿਵਸਥਾ ਹੈ ਨਾ, ਅੱਜ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਦੇਸ਼ ਦੀ ਪਾਲਿਸੀਆਂ ਤੇ ਨੀਤੀਆਂ ਦੇ ਨਾਲ ਜੁੜੀ ਹੋਈ ਹੈ। ਜੇ ਪੈਟਰੋਲ ਦੇ ਉੱਪਰ ਟੈਕਸ ਵੱਧ ਗਿਆ ਤੇ ਵੱਧ ਗਿਆ, ਮਹਿੰਗਾ ਹੋ ਗਿਆ ਤੇ ਹੋ ਗਿਆ, ਸਾਨੂੰ ਮਹਿੰਗਾ ਹੀ ਲੈਣਾ ਪਊਗਾ, ਸਾਡੇ ਕੋਲ ਕੋਈ ਚੁਆਇਸ ਨਹੀਂ ਹੈ। ਸਾਨੂੰ ਜਾਣਨਾ ਪਏਗਾ ਕਿ ਜਿਹੜੀਆਂ ਵੀ ਸਰਕਾਰ ਦੀਆਂ ਨੀਤੀਆਂ, ਪਾਲਿਸੀਆਂ ਉਹ ਸਾਡੀ ਜ਼ਿੰਦਗੀ ਨੂੰ ਕਿੱਦਾਂ ਅਫੈਕਟ ਕਰਦੀਆਂ। ਇਸ ਕਰਕੇ ਜਿਸ ਸਿਸਟਮ ਦੇ ਨਾਲ ਸਰਕਾਰ ਚੱਲਦੀ ਹੈ, ਜਿਸ ਤਰੀਕੇ ਨਾਲ ਸਰਕਾਰ ਨੇ ਆਪਣੀ ਪਾਲਿਸੀਆਂ ਲਾਗੂ ਕਰਨੀਆਂ, ਉਹ ਪੂਰੇ ਸਿਸਟਮ ਦੀ ਨੌਲੇਜ ਜਿਹੜੀ ਹੈ ਹਰ ਨਾਗਰਿਕ ਨੂੰ ਹੋਣੀ ਜ਼ਰੂਰੀ ਹੈ। ਤੇ ਹੁਣ ਜਿਹੜੇ ਬੱਚੇ ਅਸੀਂ ਪੜ੍ਹਾ ਰਹੇ ਸੀਗੇ, ਸਾਨੂੰ ਲੱਗਿਆ ਵੀ ਅਸੀਂ ਸ਼ੁਰੂਆਤ ਇੱਥੋਂ ਕਰੀਏ, ਇਹਨਾਂ ਬੱਚਿਆਂ ਨੂੰ ਸਾਰੀ ਨੌਲੇਜ ਦਈਏ ਜਿਹਦੇ ਨਾਲ ਇੱਕ ਜਾਗਰੂਕ ਤੇ ਜ਼ਿੰਮੇਦਾਰ ਇਨਸਾਨ ਬਣਨ। ਨਾ ਕੇਵਲ ਇਹ ਆਪਣੀ ਜ਼ਿੰਮੇਦਾਰੀ ਪੂਰੀ ਕਰ ਸਕਣ ਬਲਕਿ ਦੇਸ਼ ਦੇ ਵਿੱਚ ਇਹਨਾਂ ਦੇ ਜਿਹੜੇ ਫਰਜ਼ ਨੇ ਉਹ ਵੀ ਨਿਭਾ ਸਕਣ। ਸਰ, ਅਕਸਰ ਇਸ ਨੇ ਕਿਹਾ ਝੁੱਗੀਆਂ ਝੋਪੜੇ ਵਾਲੇ ਤੁਸੀਂ ਬੱਚੇ ਪੜ੍ਹਾ ਰਹੇ ਹੋ ਜੋ ਉਹਨਾਂ ਦੇ ਮਾਪਿਓ ਵੀ ਨੇ ਉਹ ਵੀ ਇੰਨੇ ਵੈਲ ਐਜੂਕੇਟਡ ਨਹੀਂ ਹੋਣਗੇ। ਸਰ, ਕਿਸ ਤਰ੍ਹਾਂ ਤੁਸੀਂ ਬੱਚੇ ਇਕੱਠੇ ਕੀਤੇ ਤੇ ਕਦੇ ਇਹਨਾਂ ਦੇ ਪੇਰੈਂਟਸ ਨੇ ਕਦੇ ਇਤਰਾਜ਼ ਨਹੀਂ ਕੀਤਾ? ਦੇਖੋ, ਇਹ ਜਿਹੜਾ ਉਪਰਾਲਾ ਸੀ ਨਾ ਕੋਈ ਸੌਖਾ ਉਪਰਾਲਾ ਨਹੀਂ ਸੀਗਾ, ਪਰ ਜਦੋਂ ਅਸੀਂ ਮਨ ਦੇ ਵਿੱਚ ਠਾਣ ਲਿਆ ਵੀ ਇਹ ਆਪਾਂ ਕੰਮ ਕਰਨਾ ਹੈ ਤੇ ਫਿਰ ਰੱਬ ਤੁਹਾਨੂੰ ਸਹਿਯੋਗ ਦੇਣਾ ਸ਼ੁਰੂ ਕਰ ਦਿੰਦਾ ਤੇ ਉਹ ਤੁਹਾਨੂੰ ਸਪਿਰਿਟ ਵੀ ਦਿੰਦਾ, એનર્ਜੀ ਵੀ ਦਿੰਦਾ ਤੇ ਤਾਕਤ ਵੀ ਦਿੰਦਾ। ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕਿ ਜਿਸ ਦਿਨ ਤੋਂ ਮੈਂ ਉਪਰਾਲਾ ਸ਼ੁਰੂ ਕੀਤਾ ਉਸ ਦਿਨ ਤੋਂ ਬਾਅਦ ਜਿੰਨੀਆਂ ਵੀ ਔਕੜਾਂ ਆਈਆਂ ਉਹਨੇ ਮੈਨੂੰ ਕੋਈ ਨਾ ਕੋਈ ਸਮਾਧਾਨ ਵੀ ਨਾਲ ਕੱਢ ਕੇ ਦਿੱਤਾ। ਇੱਥੇ ਅਕਸਰ ਮਾਂ-ਬਾਪ ਦਾ ਜਿਹੜਾ ਇੰਟਰਸਟ ਹੁੰਦਾ ਵੀ ਬੱਚੇ ਕੰਮ ਤੇ ਜਾਣ ਔਰ ਉਹਨਾਂ ਦੀ ਪ੍ਰਾਇੋਰਟੀ ਕੰਮ ਹੀ ਹੈ। ਉਹਨਾਂ ਨੂੰ ਇਹ ਵੀ ਨਹੀਂ ਸਮਝ ਆਉਂਦੀ ਕਿ ਪੜ੍ਹਾਈ ਉਹਨਾਂ ਨੂੰ ਕਿੱਦਾਂ ਮਦਦ ਕਰੇਗੀ, ਕਿਉਂਕਿ ਆਪ ਵੀ ਨਹੀਂ ਪੜ੍ਹੇ ਲਿਖੇ ਔਰ ਉਹਨਾਂ ਦੀ ਜਿਹੜੀ ਜ਼ਰੂਰਤਾਂ ਹੈਗੀਆਂ ਇੰਨੀਆਂ ਸੀਮਤ ਹੈ ਕਿ ਉਹਨਾਂ ਨੂੰ ਲੱਗਦਾ ਨਹੀਂ ਕਿ ਵੀ ਇਹ ਜ਼ਰੂਰਤਾਂ ਕੋਈ ਪੜ੍ਹਾਈ ਦੇ ਬਿਨਾਂ ਪੂਰੀਆਂ ਨਹੀਂ ਹੋ ਸਕਦੀਆਂ। ਇਸ ਕਰਕੇ ਪੜ੍ਹਾਉਣਾ ਤੇ ਜਿਹੜੇ ਹਰ ਉਸ ਦੇ ਚੈਲੰਜ ਸੀਗੇ ਬਹੁਤ ਜ਼ਿਆਦਾ ਸੀਗੇ ਤੇ ਬਹੁਤ ਸਾਰਾ ਚੈਲੰਜਸ ਸੀਗੇ, ਲੇਕਿਨ ਅਸੀਂ ਉਹ ਸਾਰੇ ਚੈਲੰਜਸ ਨੂੰ ਐਕਸੈਪਟ ਕੀਤਾ ਤੇ ਉਹਨਾਂ ਦਾ ਸੋਲੂਸ਼ਨ ਕੱਢਦੇ ਗਏ। ਉਹ ਸੋਲੂਸ਼ਨ ਕੱਢਣ ਦੇ ਨਾਲ ਕੀ ਹੋਇਆ ਕਿ ਅਸੀਂ ਇਹ ਬੱਚਿਆਂ ਨੂੰ ਲਗਾਤਾਰ ਪੜ੍ਹਾਉਂਦੇ ਰਹੇ ਤੇ ਹੁਣ ਇਹ ਬੱਚੇ ਜਿਹੜੇ ਨੇ ਕੋਈ 5ਵੀਂ ਪਾਸ ਕਰ ਗਿਆ, ਕੋਈ 3ਰੀ ਪਾਸ ਕਰ ਗਿਆ, ਸਾਰੇ ਇੰਗਲਿਸ਼ ਮੀਡੀਅਮ 'ਚ ਪੜ੍ਹਾਈ ਕਰਦੇ ਪਏ ਨੇ ਤੇ ਹੁਣ 8ਵੀਂ ਦੀ ਕੋਈ ਤਿਆਰੀ ਕਰ ਰਿਹਾ ਤੇ ਕੁਝ ਬੱਚੇ ਲਾਅ ਗ੍ਰੈਜੂਏਸ਼ਨ ਕਰਕੇ ਲਾਇਰ ਬਣਨਾ ਚਾਹ ਰਹੇ ਨੇ। ਮੁੰਨੀ ਹੈ ਸਾਡੇ ਕੋਲ ਇੱਥੇ IAS ਬਣਨਾ ਚਾਹ ਰਹੀ ਹੈ ਤੇ ਇਹ ਇਹਨਾਂ ਦੇ ਵਿੱਚ ਇੱਕ ਅਰਮਾਨ ਪੈਦਾ ਹੋ ਗਿਆ ਔਰ ਮੈਨੂੰ ਲੱਗਦਾ ਹੈ ਕਿ ਜਦੋਂ ਅਰਮਾਨ ਪੈਦਾ ਹੋ ਜਾਏ ਉਹ ਮੰਜ਼ਿਲ ਤੇ ਜ਼ਰੂਰ ਪਹੁੰਚਦਾ ਹੈ ਤੇ ਇਹ ਬੱਚੇ ਵੀ ਇੱਕ ਦਿਨ ਬਹੁਤ ਵੱਡੇ ਕਾਮਯਾਬ ਇਨਸਾਨ ਬਣਨਗੇ ਤੇ ਆਪਣੇ ਤੇ ਰੱਖਿਆ ਕਰਨਗੇ, ਦੇਸ਼ ਦੀ ਵੀ ਰੱਖਿਆ ਦੇ ਵਿੱਚ ਬੜੀ ਮਦਦ ਪਾਣਗੇ। ਸਰ, ਜਿਹੜੇ ਬੱਚੇ ਆ ਇਹਨਾਂ ਦੇ ਮਾਪਿਓ ਵੱਲੋਂ ਤੁਹਾਨੂੰ ਸਹਿਯੋਗ ਦਿੱਤਾ ਜਾ ਰਿਹਾ? ਦੇਖੋ, ਜਿਹੜੇ ਮਾਪਿਓ ਹੈ ਉਹਨਾਂ ਦੀ ਆਪਣੀਆਂ ਨੀਡਸ ਹੈ, ਆਪਣੀਆਂ ਪ੍ਰਾਇੋਰਟੀਜ਼ ਹੈ। ਜਿਹੜਾ ਕੰਮ ਮੈਂ ਕਰ ਰਿਹਾ ਉਹਨਾਂ ਦੀ ਜਿਹੜੀ ਵੀ ਕੰਮਾਂ ਦੀ ਸ਼੍ਰਿੰਖਲਾ ਉਹਦੇ ਵਿੱਚ ਸ਼ਾਮਿਲ ਹੀ ਨਹੀਂ ਹੁੰਦਾ। ਇਸ ਕਰਕੇ ਉਹ ਆਪਣਾ ਕੰਮ ਕਰਦੇ ਨੇ, ਮੈਂ ਆਪਣਾ ਕਰਦਾ। ਉਹਨਾਂ ਵੱਲੋਂ ਜੇ ਕੋਈ ਅੜਚਨ ਮੈਨੂੰ ਆਉਂਦੀ ਹੈ ਤੇ ਮੈਂ ਪਿਆਰ ਦੇ ਨਾਲ, ਆਰਾਮ ਦੇ ਨਾਲ ਬੈਠ ਕੇ ਉਹਨਾਂ ਨਾਲ ਡਿਸਕਸ ਕਰਕੇ ਸੌਰਟ ਆਊਟ ਕਰਦਾ। ਹੌਲੀ ਹੌਲੀ ਮੈਨੂੰ ਸਮਝਾਉਣਾ ਰਹਿਣਾ, ਬਾਰ-ਬਾਰ ਮੈਨੂੰ ਉਪਰਾਲਾ ਕਰਨਾ ਪੈਂਦਾ ਉਹਨਾਂ ਨੂੰ ਸਮਝਾਉਣ ਦਾ ਕਿ ਸਿੱਖਿਆ ਜਿਹੜੀ ਹੈ ਬਹੁਤ ਜ਼ਰੂਰੀ ਹੈ, ਲਾਜ਼ਮੀ ਹੈ ਤੇ ਮੈਂ ਆਪਣੇ ਆਪ ਨੂੰ ਹਾਰਨ ਨਹੀਂ ਦਿੰਦਾ। ਉਹੀ ਕਾਰਨ ਹੈ ਕਿ ਹੌਲੀ ਹੌਲੀ ਮਾਂ-ਬਾਪ ਨੂੰ ਵੀ ਸਮਝਣ ਲੱਗੇ ਨੇ ਔਰ ਜਦ ਤੋਂ ਦੂਜੀ ਗੱਲ ਬਹੁਤ ਕੀ ਹੋਈ ਹੈ ਕਿ ਜਿਹੜੀ ਅਸੀਂ ਸਿੱਖਿਆ ਦੇ ਰਹੇ ਹਾਂ ਉਹ ਸਿੱਖਿਆ ਇੰਨੀ ਕੁ ਇੰਪੋਰਟੈਂਟ ਤੇ ਵੈਲਿਊਏਬਲ ਹੈ
ਕਿ ਜਿਹੜਾ ਵੀ ਬੰਦਾ ਆਂਦਾ ਜਦੋਂ ਇਹਨਾਂ ਦੇ ਬੱਚਿਆਂ ਦੀ ਪ੍ਰਸ਼ੰਸਾ ਕਰਦਾ ਹੈ ਜਾਂ ਇਹਨਾਂ ਦੇ ਰਿਸ਼ਤੇਦਾਰ ਇਹਨਾਂ ਦੇ ਬੱਚਿਆਂ ਦੀ ਸਿੱਖਿਆ ਸੁਣਦੇ ਨੇ, ਉਹ ਸਾਰੇ ਹੈਰਾਨ ਹੋ ਜਾਂਦੇ ਨੇ ਕਿ ਇਹ ਬੱਚੇ ਨੂੰ ਇੰਨੀ ਵੱਡੀ ਸਿੱਖਿਆ ਕਿੱਦਾਂ ਮਿਲਦੀ ਪਈ ਹੈ। ਫਿਰ ਮਾਂ-ਬਾਪ ਦੇ ਅੰਦਰ ਇੱਕ ਪ੍ਰਾਈਡ ਦੀ ਫੀਲਿੰਗ ਆਉਂਦੀ ਹੈ, ਫਿਰ ਉਹਨਾਂ ਨੂੰ ਲੱਗਦਾ ਵੀ ਸਾਡੇ ਬੱਚੇ ਪੜ੍ਹਨ। ਹੁਣ ਉਹਨਾਂ ਨੂੰ ਜਾ ਕੇ ਜਿਵੇਂ 7 ਸਾਲ ਹੋ ਗਏ ਸਾਨੂੰ ਪੜ੍ਹਾਉਂਦੇ ਨੂੰ, ਹੁਣ ਉਹਨਾਂ ਦੇ ਅੰਦਰ ਇੱਕ ਦਿਲਚਸਪੀ ਜ਼ਰੂਰ ਪੈਦਾ ਹੋਈ ਹੈ ਕਿ ਸਾਡੇ ਬੱਚੇ ਪੜ੍ਹਨ ਤੇ ਅੱਗੇ ਵਧਣ। ਸਰ ਜੋ ਤੁਸੀਂ ਹੱਥ 'ਤੇ ਸਰ ਬੁੱਕ ਫੜੀ ਹੋਈ ਹੈ ਸਰ, ਇਹ ਕਿਉਂ ਬੁੱਕ ਜਿਹੜੀ ਵੱਖਰੀ ਕਿੱਦਾਂ ਹੈ ਬਾਕੀਆਂ ਸਕੂਲਾਂ ਦੀ ਕਿਤਾਬਾਂ ਨਾਲੋਂ ਕਿਉਂ ਵੱਖਰੀ ਹੈ ਸਰ, ਇਸ ਬਾਰੇ ਮਾੜਾ ਜਿਹਾ ਦੱਸੋ। ਮੈਂ ਦੱਸਿਆ ਜਿਵੇਂ ਕਿ ਜਿਹੜੀ ਸਾਡੀ ਦੇਸ਼ ਦੀ ਸਮੱਸਿਆਵਾਂ ਹੈਗਾ, ਉਹ ਜਿਵੇਂ 1947 ਚ ਸਾਡਾ ਦੇਸ਼ ਆਜ਼ਾਦ ਹੋਇਆ, 75 ਸਾਲ ਸਾਡੀ ਆਜ਼ਾਦੀ ਹੋ ਗਏ ਨੇ। ਇਹਨਾਂ 75 ਸਾਲਾਂ ਦੇ ਵਿੱਚ ਅਸੀਂ ਅਗਰ ਦੇਸ਼ ਦਾ ਇਤਿਹਾਸ ਦੇਖਦੇ ਹਾਂ ਤਾਂ ਗਰੀਬ ਗਰੀਬ ਰਹਿ ਗਿਆ, ਅਮੀਰ ਬਹੁਤ ਅਮੀਰ ਹੋ ਗਿਆ, ਅਮੀਰੀ ਗਰੀਬੀ ਦਾ ਫਾਸਲਾ ਵੀ ਵੱਧ ਗਿਆ, ਭ੍ਰਸ਼ਟਾਚਾਰ ਵੱਧ ਗਿਆ, ਲੋਕਾਂ ਨੂੰ ਨਿਆਂ ਆਸਾਨੀ ਨਾਲ ਨਹੀਂ ਮਿਲਦਾ ਪਿਆ, ਹਰ ਚੀਜ਼ ਮਹਿੰਗਾਈ ਇੰਨੀ ਵੱਧ ਗਈ ਹੈ। ਤੇ ਇਹਨਾਂ ਸਾਰੀ ਚੀਜ਼ਾਂ ਦੇ ਜਿਹੜੇ ਕਾਰਨ ਸੀ, ਇਹ ਮੈਨੂੰ ਜਾਣਨ ਦੀ ਮੈਂ ਕੋਸ਼ਿਸ਼ ਕੀਤੀ। ਉਹ ਕਾਰਨਾਂ ਦੇ ਵਿੱਚ ਮੈਨੂੰ ਇਹ ਲੱਭਿਆ ਕਿ ਵੀ ਕੋਈ ਵੀ ਜਿਹੜੀ ਡੈਮੋਕ੍ਰੈਟਿਕ ਕੰਟਰੀ ਹੈ, ਉਹਦੇ ਵਿੱਚ ਸਰਕਾਰ ਅਸੀਂ ਲੋਕ ਆਪ ਹੀ ਬਣਾਉਂਦੇ ਹਾਂ, ਪਰ ਜਿਹੜੇ ਲੋਕ ਸਰਕਾਰ ਬਣਾਉਂਦੇ ਨੇ, ਵੋਟ ਪਾਉਂਦੇ ਨੇ, ਉਹ ਇੰਨੇ ਸਮਝਦਾਰ ਨਹੀਂ ਹੈ। ਉਹ ਕਈ ਵਾਰੀ ਨੁਮਾਇੰਦਾ ਐਸਾ ਚੁਣ ਲੈਂਦੇ ਨੇ ਜਿਹੜਾ ਕਰਪਟ ਹੁੰਦਾ, ਭ੍ਰਸ਼ਟ ਹੁੰਦਾ, ਉਹ ਫਿਰ ਜਾ ਕੇ ਅੱਗੇ ਭ੍ਰਸ਼ਟ ਕੰਮ ਕਰਦਾ ਹੈ, ਸਾਡੇ ਦੇਸ਼ ਦੀ ਨੀਤੀਆਂ ਨੂੰ ਖਰਾਬ ਕਰਦਾ, ਸਿਸਟਮ ਨੂੰ ਖਰਾਬ ਕਰਦਾ। ਉਹਦੇ ਨਾਲ ਗਰੀਬ ਦੀ ਗਰੀਬੀ ਦੂਰ ਨਹੀਂ ਹੋ ਰਹੀ, ਔਰ ਜਿਹੜਾ ਪੈਸਾ ਹੈ ਕੁਝ ਲੋਕਾਂ ਦੇ ਹੱਥ ਵਿੱਚ ਇਕੱਠਾ ਹੋ ਰਿਹਾ। ਉਹ ਸਾਰੀ ਚੀਜ਼ਾਂ ਨੂੰ ਸਮਝ ਹੋਏ ਵੀ ਇਹਨੂੰ ਕਿੱਦਾਂ ਦੂਰ ਕਰਨਾ। ਮੈਨੂੰ ਲੱਗਿਆ ਕਿ ਜਦੋਂ ਇਹ ਬੱਚੇ ਵੱਡੇ ਹੋ ਕੇ ਨਾਗਰਿਕ ਬਣਨਗੇ, ਵੋਟਰ ਬਣਨਗੇ, ਤੇ ਸਮਝਦਾਰ ਵੋਟਰ ਬਣਨਗੇ ਤਾਂ ਜੇ ਇਹਨਾਂ ਨੂੰ ਸਾਰੀ ਸਮਝ ਹੋਏਗੀ ਕਿ ਦੇਸ਼ ਕਿੱਦਾਂ ਚੱਲਦਾ ਹੈ, ਦੇਸ਼ ਦੇ ਵਿੱਚ ਸਰਕਾਰ ਨੂੰ ਚਲਾਉਣ ਵਾਸਤੇ ਪੈਸਾ ਕਿੱਥੋਂ ਆਉਂਦਾ ਹੈ, ਸਰਕਾਰ ਕੋਲੇ ਸਾਧਨ ਕਿੱਥੋਂ ਆਉਂਦੇ ਆ, ਸਰਕਾਰ ਦੀ ਕੀ ਜ਼ਿੰਮੇਵਾਰੀਆਂ, ਸਰਕਾਰ ਦੀ ਜ਼ਿੰਮੇਵਾਰੀ ਕਿੱਦਾਂ ਫਿਕਸ ਕਰਨੀ ਹੈ, ਉਹ ਸਾਰੀ ਸਿੱਖਿਆ ਅਗਰ ਹੋਏਗੀ ਤਾਂ ਇਹਨਾਂ ਦਾ ਮਾਈਂਡਸੈਟ ਉਦਾਂ ਦਾ ਡਿਵੈਲਪ ਹੋ ਜਾਏਗਾ। ਉਸ ਕਰਕੇ ਫਿਰ ਇਹ ਬੁੱਕ ਜਿਹੜੀ ਸੀ ਮੈਂ ਸਪੈਸ਼ਲ ਤਿਆਰ ਕੀਤੀ, ਇੰਪਾਵਰਮੈਂਟ ਥਰੂ ਨੌਲੇਜ, ਜਿਹਦੇ 'ਚ A to Z 26 ਅਲਫਾਬੈਟ ਦੇ ਵਿੱਚ 26 ਚੈਪਟਰ ਉਹ ਜੁੜੇ ਹੋਏ ਨੇ ਜਿਹੜੇ ਸਾਡੀ ਪਰਸਨਲ ਲਾਈਫ, ਦੇਸ਼ ਦੀ ਲਾਈਫ, ਸਮਾਜਿਕ ਲਾਈਫ ਤੇ ਸਾਰੇ ਅਰਥ ਔਰ ਮੀਨਿੰਗ ਸਮਝਾਉਂਦੀ ਹੈ ਬੜੇ ਹੀ ਸਰਲ ਤਰੀਕੇ ਦੇ ਨਾਲ। ਔਰ ਬੱਚਿਆਂ ਨੂੰ ਇੰਨੀ ਕੁ ਸਮਝ ਆ ਚੁੱਕੀ ਹੈ ਕਿ ਉਹਨਾਂ ਨੂੰ ਪਤਾ ਵੀ ਸਾਡੇ ਹੱਕ ਕੀ ਹੈ, ਸਾਡੀ ਜ਼ਿੰਮੇਵਾਰੀਆਂ ਕੀ ਹੈ, ਤੇ ਅਸੀਂ ਇੱਕ ਚੰਗੇ ਨਾਗਰਿਕ ਬਣ ਕੇ ਦੇਸ਼ ਨੂੰ ਕਿੱਦਾਂ ਸੁਧਾਰਨਾ। ਸਰ ਹੁਣ ਤੱਕ ਕਿੰਨੇ ਬੱਚੇ ਤੁਹਾਡੇ ਵੱਲੋਂ ਪੜ੍ਹਾ ਚੁੱਕੇ ਨੇ? ਮੈਂ ਹੁਣ ਤੱਕ 500 ਬੱਚੇ ਪੜ੍ਹਾ ਚੁੱਕਾ ਜੀ। ਸਰ ਅਸੀਂ ਇਹ ਗੱਲ ਕਰੀਏ ਬੱਚਿਆਂ ਦਾ ਤੁਸੀਂ ਟੈਸਟ ਲੈਣੇ ਤੇ ਸਰ, ਕਿਉਂਕਿ ਸਾਡੇ ਦਰਸ਼ਕਾਂ ਜਾਣਨਾ ਚਾਹੁੰਦੇ ਕਿ ਬੱਚੇ ਕਿੰਨੇ ਤੁਸੀਂ ਪੜ੍ਹਾ ਰਹੇ ਸਰ, ਮਾੜਾ ਬੱਚਿਆਂ ਨਾਲ ਤੁਸੀਂ ਗੱਲਬਾਤ ਕਰ ਲਓ। आओ बेटा राधा, चलो राधा चलो ABC सुनाओ आप। A for admin, B for ballot box, C for constitution, D for democracy, E for election, F for freedom, G for government, H for happy, I for independence, J for judge, K for knowledge, L for law, N for money, N for notice, O for opinion, P for power, Q for question, R for right, S for state, T for tax, U for unique, V for vote, W for work, X for extra, Y for youth, Z for gene। ਹੋਰ ਸਰ ਜੇ ਆਪਾਂ ਡੈਮੋਕ੍ਰੇਸੀ ਦਾ ਮਤਲਬ ਜੇ ਤੁਸੀਂ ਦੱਸ ਸਕੋ ਉਹਨਾਂ ਨੂੰ। ਹੁਣ ਜਿਵੇਂ ਇਹ ਪਹਿਲਾਂ ਅਸੀਂ ਅਲਫਾਬੈਟ ਸਿਖਾਉਂਦੇ ਹਾਂ, ਇਹਨਾਂ ਨੂੰ ਇਹ ਸ਼ਬਦਾਂ ਦੀ ਆਦਤ ਪਾਉਂਦੇ ਹਾਂ, ਸੁਣਨ ਦੀ ਤੇ ਬੋਲਣ ਦੀ। ਉਸ ਤੋਂ ਬਾਅਦ ਅਸੀਂ ਇਹਨਾਂ ਦਾ ਕਨਸੈਪਟ ਕਲੀਅਰ ਕਰਦੇ ਹਾਂ। ਜਿਵੇਂ ਹੁਣ D ਫॉर ਡੈਮੋਕ੍ਰੇਸੀ ਬੱਚੇ ਸਿੱਖਦੇ, ਡੈਮੋਕ੍ਰੇਸੀ ਕਿੱਦਾਂ, ਕੀ ਹੈ ਡੈਮੋਕ੍ਰੇਸੀ, ਇਹਦਾ ਕਨਸੈਪਟ ਕੀ ਹੈ, ਅਸੀਂ ਇਹਨੂੰ ਬੜਾ ਡਿਟੇਲ ਦੇ ਵਿੱਚ ਛੋਟੇ ਸ਼ਬਦਾਂ ਵਿੱਚ ਸਮਝਾਉਂਦੇ ਹਾਂ। ਹੁਣ ਨਹੀਂ tell him what is D for democracy. Democracy means there is before election. In the election, there is before vote. Whosoever gets the maximum vote gets before elected. The one who gets elected makes the for government and gets for tax money for providing our for rights. What are your rights? Right to life, right to food, right to education, right to shelter, right to livelihood, right to equality, right to life with human dignity. Who has to provide your rights? Government. If the government does not provide your right, what can you do? Then we will file a case in the court. ਬਿਲਕੁਲ ਅਸੀਂ ਵੇਖਿਆ ਕਿ ਬੱਚੇ ਕਿਸ ਤਰ੍ਹਾਂ ਫਰਾਟੇ ਦਾ ਜਿਹੜੀ ਇੰਗਲਿਸ਼ ਵੀ ਬੋਲ ਰਹੇ, ਸਾਡੇ ਨਾਲ ਹੋਰ ਵੀ ਨੇ ਜੋ ਬੱਚੇ ਨੂੰ ਪੜ੍ਹਾਉਂਦੇ ਨੇ। ਮੈਡਮ ਕਿਸ ਤਰ੍ਹਾਂ ਲੱਗਦਾ ਜਦੋਂ ਤੁਸੀਂ ਜ਼ਰੂਰਤਮੰਦ ਬੱਚੇ ਨੂੰ ਪੜ੍ਹਾਉਂਦੇ ਹੋ, ਅੰਦਰ ਕਿਸ ਤਰ੍ਹਾਂ ਦੀ ਫੀਲਿੰਗ ਆਉਂਦੀ ਹੈ? हाँ, बहुत ही अच्छा फील होता है इन बच्चों को पढ़ाकर। कब से आप पढ़ा रहे हो बच्चों को? मुझे 4 साल हो गया इनके साथ जुड़े हुए। कब तक आप इतने बच्चे पढ़ा चुके हो? ऐसे मैं काउंटिंग में तो नहीं बता सकती, नंबर में भी इतने बच्चे पढ़ा सके, लेकिन बहुत सारे बच्चे हैं यहाँ से जिनके पेरेंट्स के प्रॉब्लम की वजह से, काम परमानेंट ना होने वजह से उनको माइग्रेट करना पड़ता है। तो फिर कुछ बच्चे पढ़ते हैं, फिर चले जाते हैं, फिर हम ऐसे करके बच्चों को पढ़ाते रहते हैं कंटिन्यूसली। ਜੀ ਬਿਲਕੁਲ ਤੁਹਾਨੂੰ ਦੱਸਦੇ ਕਿ ਅੱਜ ਅਸੀਂ ਐਸੀ ਤੁਹਾਨੂੰ ਕਲਾਸਰੂਮ ਵਿਖਾਈ ਜੋ ਕਿ ਕਿਸੇ ਛੱਤ ਥੱਲੇ ਤੇ ਨਹੀਂ ਹੈ, ਨਾ ਹੀ ਵੱਡੀ ਵੱਡੀ ਇਮਾਰਤ ਥੱਲੇ ਆ, ਓਪਨ ਜਗ੍ਹਾ। ਤੁਹਾਨੂੰ ਦੂਜੀ ਵਾਰ ਤਸਵੀਰਾਂ ਕੈਮਰਾਮੈਨ ਨੂੰ ਕਹਾਂਗੇ ਤਸਵੀਰਾਂ ਤੁਹਾਨੂੰ ਵਿਖਾ ਦੇ, ਗੋਹੇ ਦੇ ਢੇਰ ਨੇ, ਗੰਦ ਵੀ ਨੇ ਤੇ ਗਾਵਾਂ ਮੱਝਾਂ ਵੀ ਇੱਥੇ ਹੀ ਨੇ। ਪਰ ਜੋ ਵਕੀਲ ਨੇ, ਪੇਸ਼ੇ ਤੋਂ ਵਕੀਲ ਨੇ ਹਰੀਓਮ ਜੀ, ਉਹ ਜਿਹੜੇ ਨੇ ਬੱਚਿਆਂ ਨੂੰ ਪੜ੍ਹਾ ਰਹੇ ਨੇ, ਖੁੱਲੇ ਆਸਮਾਨ ਥੱਲੇ ਪੜ੍ਹਾ ਰਹੇ ਨੇ, ਤੇ ਉਹਨਾਂ ਦਾ ਜਿਹੜਾ ਪੜ੍ਹਾਉਣ ਦਾ ਢੰਗ ਹੈ ਉਹ ਪੂਰਾ ਬਾਕੀ ਨਾਲੋਂ ਵੱਖਰਾ। A for ਐਪਲ ਨਹੀਂ ਉਹਨਾਂ ਦੇ ਵੱਲੋਂ, ਉਹਨਾਂ ਵੱਲੋਂ ਜਿਹੜੀ ਬੁੱਕ ਤਿਆਰ ਕੀਤੀ ਗਈ ਹੈ ਉੱਥੇ A for ਐਡਮਿਨਿਸਟ੍ਰੇਸ਼ਨ ਹੈ,
B4 ਜਿਹੜਾ ਬੈਲਟ ਪੇਪਰ ਹੈ, C4 ਕਨਸਟੀਟਿਊਸ਼ਨ ਹੈ, ਨਾਲ ਉਹਨਾਂ ਦਾ ਮੇਨ ਜਿਹੜਾ ਮਕਸਦ ਹੈ ਬੱਚਿਆਂ ਨੂੰ ਪੜ੍ਹਾਉਣ ਦਾ, ਉਹਨਾਂ ਦੇ ਜਿਹੜੇ ਰਾਈਟਸ ਹੈ ਕਿ ਜਿਹੜੇ ਰਾਈਟਸ ਆ ਉਹਨਾਂ ਨੂੰ ਪਤਾ ਲੱਗ ਸਕਣ ਕਿ ਕੀ ਕਿੱਦਾਂ ਜਿਹੜੀ ਆ ਗਵਰਨਮੈਂਟ ਚੁਣੀ ਜਾਂਦੀ ਆ, ਡੈਮੋਕ੍ਰੇਸੀ ਕੀ ਹੁੰਦੀ ਆ, ਕਨਸਟੀਟਿਊਸ਼ਨ ਕੀ ਹੁੰਦਾ, ਇਲੈਕਸ਼ਨ ਕੀ ਹੁੰਦਾ, ਉਹ ਸਾਰੇ ਇੱਥੇ ਦੱਸਿਆ ਜਾਂਦਾ ਵਾ। ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਉਹ 500 ਤੋਂ ਵੱਧ ਜਿਹੜੇ ਬੱਚਿਆਂ ਨੂੰ ਪੜ੍ਹਾ ਚੁੱਕੇ ਨੇ ਤੇ ਕਈ ਬੱਚੇ ਜਿਹੜੇ ਇਦਾਂ ਦੇ ਵੀ ਨੇ ਜੋ IAS ਅਫਸਰ ਵੀ ਬਣਨਾ ਚਾਹੁੰਦੇ ਨੇ। ਅਸੀਂ ਵੀ ਜੋ ਹਰੀਓਮ ਜੀ ਨੇ ਉਹ ਪੇਸ਼ੇ ਤੋਂ ਵਕੀਲ, ਅਸੀਂ ਉਹਨੂੰ ਸਲੂਟ ਕਰਦੇ ਨੇ ਕਿ ਉਹ ਬਹੁਤ ਜਿਹੜਾ ਵਧੀਆ ਉਪਰਾਲਾ ਕਰ ਰਹੇ ਨੇ, ਜ਼ਰੂਰਤਮੰਦ ਬੱਚਿਆਂ ਨੂੰ ਜਿਹੜਾ ਪੜ੍ਹਾ ਰਹੇ ਨੇ। ਕੈਮਰਾਮੈਨ ਬਲਵਿੰਦਰ ਗੋਲਡੇ ਨਾਲ ਭਰਤ ਸ਼ਰਮਾ, ਦ ਸਮਰ ਨਿਊਜ਼, ਲੁਧਿਆਣਾ। ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ YouTube ਚੈਨਲ ਨੂੰ ਤੇ Instagram ਨੂੰ ਫੋਲੋ ਕਰਨਾ ਨਾ ਭੁੱਲਿਓ।